आप लिहो तुम कथा सुधारी। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਸ਼ਾ ਬਤਾਈ ਸਤਿਗੁਰ ਕਰ ਸੋਚ ਇਸ਼ਨਾਨਾ, ਤਿਮਰ ਬਿਨਾਸ਼ ਪ੍ਰਕਾਸ਼ ਭਾ ਹੋਏ ਸਬਦਾਨਾ। ਨਸ਼ਾ ਬਤਾਈ ਸਤਿਗੁਰੂ ਕਰ ਸੋਚ ਇਸ਼ਨਾਨਾ, ਤਿਮਰ ਬਿਨਾਸ਼ ਪ੍ਰਕਾਸ਼ ਭਾ ਹੋਏ ਸਬਦਾਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਗੁਰੂ ਦਰਬਾਰ ਵਿੱਚ ਸੰਧਿਆ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸੋਦਾ ਰਹਿਰਾਸ ਸਾਹਿਬ ਜੀ ਦੇ ਪਾਠ ਆਰਤੀ ਦੇ ਕੀਰਤਨ ਸਰਵਣ ਕੀਤੇ ਹਨ। ਆਓ ਹੁਣ ਮਨ ਬਿਰਤੀਆਂ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਚਰਨਾਂ 'ਚ ਜੋੜੀਏ। ਜਿਸ ਵੇਲੇ ਮਹਾਰਾਜ ਸਾਹਿਬ ਜੀ ਨੇ ਮਹਾਰਾਜ ਦਾ ਜੰਗ ਜਿੱਤ ਕੇ ਮਾਲਵੇ ਦੀ ਧਰਤੀ 'ਤੇ ਭਾਈ ਜੋਧ ਸ਼ਾਹ ਨੂੰ ਬਖਸ਼ਿਸ਼ ਕੀਤੀ, ਉੱਥੋਂ ਚੱਲ ਕੇ ਕਈ ਪਿੰਡਾਂ ਨਗਰਾਂ ਵਿੱਚੋਂ ਜ਼ਿਲ੍ਹੇ ਮੋਗੇ ਦੇ ਅਤੇ ਲੁਧਿਆਣੇ ਦੇ ਤਾਰਦੇ ਹੋਏ ਗੁਜਰਵਾਲ ਆਏ, ਜਿੱਥੋਂ ਫਤੂਹੀ ਜ਼ਿਮੀਂਦਾਰ ਉਹਦੇ ਕੋਲੋਂ ਸਤਿਗੁਰੂ ਜੀ ਨੇ ਬਾਜ ਦੀ ਮੰਗ ਕੀਤੀ ਅਤੇ ਉਸਨੇ ਦੇਣ ਤੋਂ ਨਾਂਹ ਕਰ ਦਿੱਤੀ। ਪਰ ਜਦੋਂ ਘਰ ਗਿਆ ਅਤੇ ਬਾਜ ਨੇ ਡੋਰਾ ਨਿਗਲ ਲਿਆ ਰੇਸ਼ਮ ਦਾ। ਮਰਦੇ ਹੋਏ ਬਾਜ ਨੂੰ ਵੇਖ ਕੇ ਫਤੂਹੀ ਗੁਰੂ ਸਾਹਿਬ ਕੋਲ ਫਿਰ ਲੈ ਆਇਆ ਅਤੇ ਬਾਜ ਭੇਟਾ ਕਰਕੇ ਮਾਫੀ ਮੰਗ ਕੇ ਚਲਾ ਗਿਆ। ਉਸ ਨਗਰ ਤੋਂ ਮਹਾਰਾਜ ਚਾਲਾ ਪਾ ਕੇ ਕਿਸ ਤਰ੍ਹਾਂ ਸ੍ਰੀ ਕਰਤਾਰਪੁਰ ਸਾਹਿਬ ਵੱਲ ਜਾ ਰਹੇ ਨੇ, ਉਹ ਕਥਾ ਕਵੀ ਰਾਜ ਭਾਈ ਸੰਤੋਖ ਸਿੰਘ ਸਾਹਿਬ ਜੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਦੇ ਹਨ। ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਸ਼ਾ ਬਤਾਈ ਸਤਿਗੁਰੂ ਕਰ ਸੋਚ ਇਸ਼ਨਾਨਾ। ਮਹਾਰਾਜ ਸਾਹਿਬ ਜੀ ਰਾਤ ਗੁਜਰਵਾਲ ਪਿੰਡ ਵਿੱਚ ਬਤੀਤ ਕੀਤੀ ਹੈ। ਅੰਮ੍ਰਿਤ ਵੇਲੇ ਇਸ਼ਨਾਨ ਪਾਣ ਕਰਕੇ ਤਿਆਰ ਬਰ ਤਿਆਰ ਹੋਏ ਹਨ। ਤਿਮਰ ਬਿਨਾਸ਼ ਪ੍ਰਕਾਸ਼ ਭਾ ਹੋਏ ਸਬਦਾਨਾ। ਅੰਮ੍ਰਿਤ ਵੇਲੇ ਸਤਿਗੁਰੂ ਜੀ ਤਿਆਰ ਬਰ ਤਿਆਰ ਹੋ ਕੇ ਸਾਵਧਾਨ ਹੋ ਕੇ ਆਪਣੇ ਸ਼ਸਤਰ ਬਸਤਰ ਪਹਿਨੇ ਹਨ। ਬਸਤਰ ਸ਼ਸਤਰ ਪਹਿਰੇ ਪ੍ਰਭੂ ਹੈ ਨਿਕਟ ਮੰਗਾਇਓ। ਆਪਣੇ ਬਸਤਰ ਸ਼ਸਤਰ ਮੰਗਾ ਕੇ ਆਪਣਾ ਘੋੜਾ ਕੋਲ ਮੰਗਾਇਆ ਹੈ। ਨਾਮ ਜਾਨ ਭਾਈ ਧਰਿਓ ਨੀਕੇ ਉਰ ਭਾਇਓ। ਇਹ ਉਹ ਘੋੜਾ ਹੈ ਜਿਹੜਾ ਵਿਧੀ ਚੰਦ ਜੀ ਜੋਤਸ਼ੀ ਬਣ ਕੇ ਲੈ ਕੇ ਆਏ ਸਨ। ਪਹਿਲਾਂ ਘਾਈ ਬਣ ਕੇ ਲਿਆਂਦਾ ਸੀ ਜਿਹੜਾ ਘੋੜਾ, ਉਹਦਾ ਨਾਂ ਸੀ ਗੁਲਬਾਗ। ਗੁਰੂ ਸਾਹਿਬ ਨੇ ਉਹਦਾ ਨਾਮ ਸੁਹੇਲਾ ਰੱਖ ਦਿਆ ਸੀ। ਉਹ ਮਹਾਰਾਜ ਦੀ ਜੰਗ 'ਚ ਸ਼ਹੀਦੀ ਪਾ ਗਿਆ। ਇੱਕ ਘੋੜਾ ਰਹਿ ਗਿਆ ਜਿਹਨੂੰ ਬਾਦਸ਼ਾਹ ਦਿਲਬਾਗ ਕਹਿੰਦਾ ਸੀ, ਅਤੇ ਗੁਰੂ ਸਾਹਿਬ ਨੇ ਉਹਦਾ ਨਾਮ ਜਾਨ ਭਾਈ ਰੱਖਿਆ। ਬਹੁਤ ਹੀ ਸੋਹਣਾ ਸੁੰਦਰ ਸਰੂਪ ਵਾਲਾ ਇਹ ਘੋੜਾ ਸੀ, ਚਾਲ ਵੀ ਬੜੀ ਸੋਹਣੀ ਸੀ। ਅੱਜ ਮਹਾਰਾਜ ਜਾਨ ਭਾਈ ਦੀ ਪਿੱਠ ਤੇ ਸਵਾਰ ਹੋਏ ਹਨ। ਭਏ ਅਰੂਡਨ ਸਤਿਗੁਰੂ ਧੌਂਸਾ ਤੁੰਕਾਰਾ। ਜਦੋਂ ਜਾਨ ਭਾਈ ਤੇ ਮਹਾਰਾਜ ਸਵਾਰ ਹੋਏ ਛੇਵੇਂ ਪਾਤਸ਼ਾਹ, ਉਧਰੋਂ ਨਗਾਰੇ ਤੇ ਚੋਭਾਂ ਵੱਜੀਆਂ। ਸਗਲ ਬਾਹਨੀ ਸੁਨ ਚੜੀ ਹਥਿਆਰਨ ਧਾਰਾ। ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਜਦੋਂ ਚੜ੍ਹੇ ਹਨ ਘੋੜੇ ਤੇ, ਨਗਾਰੇ ਤੇ ਚੋਭਾਂ ਵੱਜੀਆਂ। ਸਾਰੀਆਂ ਫੌਜਾਂ ਆਪਣੇ ਸ਼ਸਤਰ ਬਸਤਰ ਸਜਾ ਕੇ ਪਿੱਛੇ ਚੜ੍ਹੀਆਂ ਹਨ। ਗਮਨੇ ਮਾਰਗ ਮੈਂ ਤਬੈ ਅਰ ਕਰਤ ਅਖੇਰਾ। ਮਹਾਰਾਜ ਤੁਰੇ ਜਾਂਦੇ ਐ, ਰਸਤੇ 'ਚ ਜਾਂਦੇ ਜਾਂਦੇ ਵੀ ਸ਼ਿਕਾਰ ਖੇਡੀ ਜਾਂਦੇ ਹਨ। ਨਵੇਂ ਬਾਜ ਕੋ ਸ਼ੋਰ ਤੇ ਪਿਖਲਵਾ ਬਟੇਰਾ। ਜਿਹੜਾ ਮਹਾਰਾਜ ਨੂੰ ਨਵਾਂ ਬਾਜ ਫਤੂਹੀ ਜ਼ਿਮੀਂਦਾਰ ਨੇ ਭੇਟਾ ਕੀਤਾ ਸੀ, ਸਤਿਗੁਰੂ ਜੀ ਨੇ ਉਹਨੂੰ ਉਸੇ ਵੇਲੇ ਰਾਜੀ ਕਰ ਲਿਆ ਸੀ। ਉਹ ਬਾਜ ਨੂੰ ਛੱਡਦੇ ਨੇ ਜਦੋਂ ਕੋਈ ਲਵਾ ਬਟੇਰਾ ਨਿਕਲਦਾ ਹੈ। ਪੰਛੀ ਪਿਖੈ ਸੁਕਾਬ ਕੋ ਛੋਰੈ ਤਹਿ ਪਾਛੇ। ਕੋਈ ਪੰਛੀ, ਕੋਈ ਸੁਰਖਾਬ, ਕੋਈ ਹੋਰ ਪੰਛੀ ਨਿਕਲਦੇ ਨੇ, ਬਟੇਰੇ ਤਿੱਤਰ, ਉਹਨਾਂ ਪਿੱਛੇ ਸਤਿਗੁਰੂ ਬਾਜ ਛੱਡ ਦਿੰਦੇ ਨੇ ਸ਼ਿਕਾਰ ਕਰਨ ਵਾਸਤੇ। ਝਪਟਤ ਹੈ ਕਬ ਵੇਗ ਕੋ ਦਿਖਰਾਵਤ ਆਛੇ। ਔਰ ਸਾਧ ਸੰਗਤ ਜੀ, ਬਾਜ ਜਾ ਕੇ ਝਪਟ ਮਾਰਦਾ ਹੈ ਅਤੇ ਸ਼ਿਕਾਰ ਨੂੰ ਮਾਰ ਲੈਂਦਾ ਹੈ। ਸਨੇ ਸਨੇ ਮਗ ਮਹਿ ਚਲਤ ਇਮ ਕਰਤ ਬਿਲਾਸਾ। ਹੌਲੇ ਹੌਲੇ ਰਸਤੇ ਵਿੱਚ ਚੱਲਦੇ ਨੇ, ਬਿਲਾਸ ਕੌਤਕ ਕਰਦੇ ਹੋਏ। ਖੇਰਤ ਭਏ ਸ਼ਿਕਾਰ ਕੋ ਅਵਲੋਕ ਤਮਾਸ਼ਾ। ਔਰ ਸਾਧ ਸੰਗਤ ਜੀ ਸ਼ਿਕਾਰ ਖੇਡਦੇ ਨੇ, ਤਮਾਸ਼ਾ ਵੇਖਦੇ ਸ਼ਿਕਾਰ ਦਾ ਸਤਿਗੁਰੂ ਜਾਣਦੇ ਨੇ।
ਜਥਾ ਕਰਮ ਮਗ ਉਲੰਘ ਤੇ ਸਲੇਤਾ ਟਤ ਆਏ। ਸਾਧ ਸੰਗਤ ਜੀ, ਜਥਾ ਕਰਮ ਹੌਲੇ ਹੌਲੇ ਪੈਂਡਾ ਲੰਘਦੇ ਹੋਏ ਦਰਿਆ ਸਤਲੁਜ ਦੇ ਕੰਢੇ ਤੇ ਫਲੌਰ ਦੇ ਲਾਗੇ ਜਿਹੜਾ ਦਰਿਆ ਦਾ ਪੁਲ ਹੈ, ਹੁਣ ਤਾਂ ਪੁਲ ਬਣ ਗਏ ਨੇ, ਉਸ ਜ਼ਮਾਨੇ 'ਚ ਬੇੜੀਆਂ ਦੇ ਪੁਲ ਹੁੰਦੇ ਸਨ। ਉੱਥੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਦਰਿਆ ਸਤਲੁਜ ਦੇ ਕੰਢੇ ਤੇ ਲੁਧਿਆਣੇ ਤੋਂ ਪਰਾਂ ਉੱਥੇ ਪਹੁੰਚ ਗਏ ਹਨ। ਕਰਨ ਬਾਹਨੀ ਪਾਰ ਸਭ ਕੇਵਟ ਸਮੁਦਾਏ। ਮਹਾਰਾਜ ਨੇ ਉੱਥੇ ਮਲਾਹਾਂ ਨੂੰ ਸੱਦ ਲਿਆ ਸਾਰਿਆਂ ਨੂੰ ਵੀ ਸਾਡੀ ਫੌਜ ਨੂੰ ਪਾਰ ਲੰਘਾਓ। ਸਾਰੇ ਮਲਾਹ ਜਿਹੜੇ ਹਨ ਆਪਣੀਆਂ ਆਪਣੀਆਂ ਬੇੜੀਆਂ ਲੈ ਕੇ, ਕਿਸ਼ਤੀਆਂ ਲੈ ਕੇ ਆ ਗਏ ਹਨ। ਦਰਨੀ ਕੀਨ ਇਕੱਤਰ ਬਹੁ ਆਵੈ ਇਕ ਜਾਈ। ਬਹੁਤ ਸਾਰੀਆਂ ਕਿਸ਼ਤੀਆਂ, ਵੱਡੀਆਂ ਬੇੜੀਆਂ ਇਕੱਠੀਆਂ ਕਰ ਲਈਆਂ। ਉਹਨਾਂ ਵਿੱਚ ਘੋੜੇ ਵੀ ਚੜ੍ਹਾਏ, ਆਪਣੇ ਸਿੱਖ ਵੀ ਚੜ੍ਹਾਏ। ਇੱਕ ਇੱਕ ਬੇੜੀ 'ਚ 5-5, 7-7 ਘੋੜੇ, ਵੱਡੇ ਬੇੜੇ ਹੁੰਦੇ ਸਨ ਦਰਿਆ ਦੇ ਵਿੱਚ। ਉਹਨਾਂ ਵਿੱਚ ਬੇੜੇ, ਘੋੜੇ, ਸ਼ਸਤਰ ਸਾਰੇ ਲੱਦ ਕੇ ਪਾਰ ਲੰਘਾਏ ਹਨ। ਇਹ ਕਿਸ਼ਤੀਆਂ ਇੱਕ ਪੂਰ ਲੰਘਾ ਕੇ ਆ ਜਾਂਦੀਆਂ, ਦੁਬਾਰਾ ਫਿਰ ਜਾਂਦੀਆਂ। ਇਸ ਤਰ੍ਹਾਂ ਬਹੁਤ ਸਾਰੀ ਫੌਜ ਮਹਾਰਾਜ ਦੇ ਨਾਲ ਜਿਹੜੀ ਹੈ ਉਹ ਮਲਾਹਾਂ ਨੇ ਦਰਿਆ ਸਤਲੁਜ ਤੋਂ ਪਾਰ ਕਰ ਦਿੱਤੀ ਹੈ। ਸੁਭਟਨ ਸਹਿਤ ਪਵੰਗ ਮਨ ਦੇ ਪਾਰ ਲੰਘਾਈ। ਫੌਜ ਸਮੇਤ, ਘੋੜਿਆਂ ਸਮੇਤ ਗੁਰੂ ਹਰਗੋਬਿੰਦ ਸਾਹਿਬ ਦੀ ਫੌਜ ਦੁਆਬੇ 'ਚ ਪਹੁੰਚ ਗਈ ਹੈ। ਪਹਿਲਾਂ ਮਾਲਵੇ 'ਚ ਵਿਚਰੇ ਮਹਾਰਾਜ ਸੱਚੇ ਪਾਤਸ਼ਾਹ ਜੀ, ਹੁਣ ਦੁਆਬੇ ਦੇਸ਼ ਨੂੰ, ਜਿਹਨੂੰ ਸਾਧ ਸੰਗਤ ਜੀ ਅੱਜ ਦੁਆਬਾ ਕਹਿੰਦੇ ਆ, ਫਲੌਰ ਤੋਂ ਲੈ ਕੇ ਇਹ ਬਿਆਸ ਤੱਕ, ਯਾਨੀ ਸਤਲੁਜ ਦਰਿਆ ਤੋਂ ਲੈ ਕੇ ਬਿਆਸਾ ਦਰਿਆ ਦੇ ਵਿਚਕਾਰਲਾ ਜੋ ਏਰੀਆ ਹੈ, ਜ਼ਿਲ੍ਹਾ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਨਵਾਂ ਸ਼ਹਿਰ, ਇਹ ਜਿਹੜਾ ਇਲਾਕਾ ਇਹਨੂੰ ਦੁਆਬਾ ਕਹਿੰਦੇ। ਦੋ ਆਬਾਂ, ਦੋ ਪਾਣੀ, ਦੋ ਆਬ ਜਿੱਥੇ ਵਗਦੇ, ਆਬ ਪਾਣੀ ਨੂੰ ਕਹਿੰਦੇ ਆ। ਪੰਜਾਬ ਦਾ ਮਤਲਬ ਜਿੱਥੇ 5 ਪਾਣੀ ਵਗਦੇ, 5 ਦਰਿਆ ਵਗਦੇ, ਉਹਨੂੰ ਪੰਜਾਬ ਕਹਿੰਦੇ ਆ। ਜਿੱਥੇ 2 ਦਰਿਆ ਵਗਦੇ ਹਨ ਉਹਨੂੰ ਦੁਆਬ ਕਹਿੰਦੇ ਆ। ਤੇ ਦੁਆਬ ਵੀ ਕਈ ਹਨ। ਇੱਕ ਤਾਂ ਇਹ ਦੁਆਬਾ ਹੈ ਜਲੰਧਰ ਦੇ ਇਲਾਕੇ ਵਿੱਚ, ਇੱਕ ਦੁਆਬਾ ਬਾਰੀ ਦੁਆਬ ਹੈ ਪਾਕਿਸਤਾਨ ਦੇ ਵਿੱਚ, ਰਾਵੀ ਤੇ ਜੇਹਲਮ ਦੇ ਚਨਾਹ ਦੇ ਵਿਚਕਾਰ ਜਿਹੜਾ ਇਲਾਕਾ ਉਹਨੂੰ ਬਾਰੀ ਦੁਆਬ ਕਹਿੰਦੇ ਨੇ। ਨਨਕਾਣਾ ਸਾਹਿਬ ਆਦਿ ਗੁਰਦੁਆਰੇ ਜਿੱਥੇ ਹਨ। ਇੱਕ ਗੰਗ ਦੁਆਬ ਹੈ ਸਾਧ ਸੰਗਤ ਜੀ, ਜਮਨਾ ਤੇ ਗੰਗਾ ਦੇ ਵਿਚਕਾਰ ਦਾ ਇਲਾਕਾ। ਇਹ ਮੇਰਠ ਵਾਲੇ ਪਾਸੇ ਨੂੰ, ਇੱਧਰ ਜਿਹੜਾ ਗੰਗਾ ਜਮਨਾ ਟੱਪ ਜਾਈਏ ਉਸ ਤੋਂ ਅੱਗੇ ਤੇ ਗੰਗਾ ਤੋਂ ਉਰੇ, ਇਹਨੂੰ ਕਹਿੰਦੇ ਗੰਗ ਦੁਆਬ। ਸੋ ਹੁਣ ਮਹਾਰਾਜ ਦੁਆਬੇ ਦੇਸ਼ 'ਚ ਪਹੁੰਚੇ, ਯਾਨੀ ਕਿ ਫਲੌਰ ਦੇ ਲਾਗੇ ਸਤਿਗੁਰੂ ਜੀ ਪਾਰ ਹੋ ਗਏ ਦਰਿਆ ਤੋਂ। ਹੋਤ ਕੋਲਾਹਲ ਘਾਟ ਪਰ ਭਰਪੂਰ ਚਲਾਵੈ। ਸਾਧ ਸੰਗਤ ਜੀ, ਜਦੋਂ ਮਹਾਰਾਜ ਦੀਆਂ ਬੇੜੀਆਂ 'ਚ ਪਾ ਕੇ ਫੌਜਾਂ ਬਾਹਰ ਪਰਲੇ ਪਾਸੇ ਲੰਘਾਈਆਂ ਜਾ ਰਹੀਆਂ ਨੇ, ਘੋੜੇ ਲੱਦ ਕੇ, ਬੜੀ ਆਵਾਜ਼ ਆਉਂਦੀ, ਘੋੜੇ ਹਿਣਕਦੇ ਨੇ, ਸਿੰਘ ਜਕਾਰੇ ਬੁਲਾਉਂਦੇ ਨੇ। ਜਾਏ ਉਤਾਰਤ ਪਾਰ ਤਟ ਪੁਨ ਤੂਰਨ ਲਿਆਵੈ। ਕਿਸ਼ਤੀਆਂ ਵਾਲੇ ਗੁਰੂ ਸਾਹਿਬ ਜੀ ਦੀ ਫੌਜ ਨੂੰ 5, 10, 20 ਘੋੜੇ ਇੱਕ ਕਿਸ਼ਤੀ 'ਚ ਲੱਦ ਲੈਂਦੇ ਆ। ਉਹਨਾਂ ਨੂੰ ਪਾਰ ਛੱਡ ਕੇ ਫਿਰ ਵਾਪਸ ਆਉਂਦੇ ਛੇਤੀ ਨਾਲ, ਤੇ ਦੂਜਾ ਪੂਰ ਭਰ ਕੇ ਫਿਰ ਲੈ ਜਾਂਦੇ ਹਨ। ਇਸ ਤਰ੍ਹਾਂ ਕਈ ਕਿਸ਼ਤੀਆਂ ਲੱਗੀਆਂ ਹੋਈਆਂ ਹਨ ਗੁਰੂ ਦੀ ਫੌਜ ਨੂੰ ਪਾਰ ਲੰਘਾਉਣ ਵਾਸਤੇ। ਇਸ ਬਿਦ ਕੇਤਕ ਕਾਲ ਮੈਂ ਸਭ ਪਾਰ ਲੰਘਾਏ। ਇਸ ਤਰ੍ਹਾਂ ਕੁਝ ਸਮੇਂ ਵਿੱਚ ਸਾਰੀ ਫੌਜ ਗੁਰੂ ਮਹਾਰਾਜ ਦੀ ਪਾਰ ਲੰਘਾ ਦਿੱਤੀ ਦਰਿਆ ਤੋਂ। ਸ੍ਰੀ ਹਰਗੋਬਿੰਦ ਹੇਤ ਪੁਨ ਤਰਨੀ ਸ਼ੁਭ ਲਿਆਏ। ਫਿਰ ਇੱਕ ਬੜੀ ਸੋਹਣੀ, ਵਧੀਆ, ਚੰਗੀ, ਸਾਫ਼ ਸੁਥਰੀ ਕਿਸ਼ਤੀ ਜਿਹੜੀ ਉੱਥੇ ਮਸ਼ਹੂਰ ਸੀ ਉਹ ਲਿਆਂਦੀ ਹੈ ਗੁਰੂ ਸਾਹਿਬ 6ਵੇਂ ਪਾਤਸ਼ਾਹ ਦੇ ਵਾਸਤੇ। ਹੁਤੀ ਨਵੀਨੀ ਦਰਗਾ ਬਹੁ ਰੰਗ ਲਗਾਏ। ਕਹਿੰਦੇ ਨਵੀਂ ਕਿਸ਼ਤੀ ਬਣਾਈ ਹੋਈ ਸੀ ਤੇ ਉਹਨੂੰ ਰੰਗ ਕੀਤਾ ਹੋਇਆ ਸੀ, ਸਾਫ਼ ਸੁਥਰੀ ਸੀ। ਤੁਰਕੇਸ਼ਰ ਕੇ ਹੇਤ ਜੇ ਆਛੀ ਬਣਾਏ। ਇਹ ਤਾਂ ਰੱਖੀ ਹੋਈ ਸੀ ਵੀ ਕਦੀ ਕਦਾਈ ਬਾਦਸ਼ਾਹ ਵੀ ਆਉਂਦਾ, ਦਿੱਲੀ ਤੋਂ ਲਾਹੌਰ ਜਾਂਦਾ ਹੋਇਆ, ਲਾਹੌਰ ਤੋਂ ਦਿੱਲੀ ਜਾਂਦਾ ਹੋਇਆ, ਇਸੇ ਕਿਸ਼ਤੀ 'ਚ ਬਹਿ ਕੇ ਬਾਦਸ਼ਾਹ ਵੀ ਲੰਘਦਾ ਹਿੰਦੁਸਤਾਨ ਦਾ। ਔਰ ਪ੍ਰਸੰਨ ਗੁਰ ਕੋ ਕਰਨ ਤਟ ਪਰ ਥਿਰਕਾਰੀ। ਉਹ ਜਿਹੜਾ ਸੀਗਾ ਮੱਲਾਹ, ਉਹ ਕੋਈ ਗਿਆਨਵਾਨ ਸੀ, ਸਮਝਦਾਰ ਸੀ। ਉਹਨੇ ਸੋਚਿਆ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਨ ਦੁਨੀਆ ਦੇ ਮਾਲਕ ਹਨ, ਇਹ ਤਾਂ ਸੱਚੇ ਪਾਤਸ਼ਾਹ ਹਨ, ਇਹਨਾਂ ਨੂੰ ਵਧੀਆ ਕਿਸ਼ਤੀ 'ਚ ਲੈ ਕੇ ਜਾਣਾ ਹੈ। ਉਹਨੇ ਗੁਰੂ ਮਹਾਰਾਜ ਵਾਸਤੇ ਉਹ ਕਿਸ਼ਤੀ ਕਿਨਾਰੇ ਤੇ ਲਾ ਕੇ ਖੜੀ ਕਰ ਦਿੱਤੀ।
ਹਾਥ ਜੋਰ ਕੈ ਵਟ ਤਬੈ ਇਮ ਬਿਨੈ ਉਚਾਰੀ। ਉਸ ਮਲਾਹ ਨੇ, ਉਸ ਖੇਵਟ ਨੇ ਗੁਰੂ ਸਾਹਿਬ ਦੇ ਚਰਨਾਂ 'ਚ ਹੱਥ ਜੋੜ ਕੇ ਇਸ ਤਰ੍ਹਾਂ ਬੇਨਤੀ ਕੀਤੀ। ਮਹਾਰਾਜ ਸਭ ਬਾਹਨੀ ਹਮ ਪਾਰ ਲੰਘਾਈ। ਉਸ ਸਾਰੇ ਮਲਾਹਾਂ ਦਾ ਸਰਦਾਰ ਸੀ। ਉਹਨਾਂ ਦੀ ਜਿਹੜੀ ਉਹ ਮਲਾਹਾਂ ਦੀ ਉੱਥੇ ਜਥੇਬੰਦੀ ਸੀ, ਉਹਨਾਂ ਦਾ ਮੁਖੀਆ ਸੀ ਉਹ ਮਲਾਹ। ਉਹਦੇ ਕੋਲ ਬੜੀ ਵਧੀਆ ਨਵੀਂ ਸੁੰਦਰ ਕਿਸ਼ਤੀ ਬਾਦਸ਼ਾਹ ਦੀ ਸਵਾਰੀ ਵਾਲੀ ਉਹ ਲੈ ਕੇ ਆਇਆ ਤੇ ਗੁਰੂ ਮਹਾਰਾਜ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ, ਸਾਰੀ ਫੌਜ ਅਸੀਂ ਪਾਰ ਲੰਘਾ ਦਿੱਤੀ ਹੈ। ਰਾਵਰ ਕੇਰ ਚੜਾਵਨੇ ਇਹੋ ਤਰਨੀ ਆਈ। ਆਪ ਜੀ ਨੂੰ ਪਾਰ ਲੰਘਾਉਣ ਵਾਸਤੇ ਇਹ ਕਿਸ਼ਤੀ ਮਹਾਰਾਜ ਜੀ ਆਈ ਹੈ। ਆਪ ਜੀ ਇਹਦੇ ਤੇ ਸਵਾਰ ਹੋ ਕੇ ਦਰਿਆ ਤੋਂ ਪਾਰ ਚੱਲੀਏ। ਦਿਨ ਸਾਰੇ ਮਹਿ ਪਾਰ ਕਰ ਅਬ ਆਪ ਚੜੀਜੈ। ਸਾਰੇ ਦਿਨ ਤੁਹਾਡੀ ਫੌਜ ਪਾਰ ਲੰਘਦੀ ਰਹੀ, ਸਾਰੀ ਫੌਜ ਪਾਰ ਲੰਘ ਗਈ ਹੈ। ਹੁਣ ਆਪ ਜੀ ਇਹਦੇ ਤੇ ਚੜ੍ਹੋ ਤੇ ਆਪ ਜੀ ਵੀ ਪਾਰ ਦੁਆਬੇ ਵਿੱਚ ਚਰਨ ਪਾਓ। ਸਲੇਤਾ ਤਦਰਵ ਦਰਗਾ ਚੜ ਪਾਰ ਕਰੀਜੈ। ਮਹਾਰਾਜ ਜਿਹੜੀ ਵੱਡੀ ਨਦੀ ਵੱਡਾ ਦਰਿਆ ਹੈ ਸਤਲੁਜ, ਇਹਨੂੰ ਕਿਰਪਾ ਕਰਕੇ ਪਾਰ ਕਰੋ, ਮੇਰੀ ਕਿਸ਼ਤੀ 'ਚ ਬੈਠੋ ਸਤਿਗੁਰੂ ਜੀ, ਮੈਂ ਤੁਹਾਨੂੰ ਪਾਰ ਛੱਡ ਕੇ ਆਵਾਂ। ਸੁਨ ਕੇ ਵਟਕੀ ਬਨੈ ਕੋ ਉਠ ਚਲੇ ਕਿਰਪਾਲਾ। ਉਸ ਮਲਾਹ ਦੀ ਬੇਨਤੀ ਸੁਣ ਕੇ ਮਹਾਰਾਜ ਕਿਰਪਾਲੂ ਸਤਿਗੁਰੂ ਜੀ ਉੱਠੇ ਹਨ ਤੇ ਉਹਦੇ ਨਾਲ ਕਿਸ਼ਤੀ 'ਚ ਬਹਿਣ ਲਈ ਚੱਲ ਪਏ ਹਨ। ਸੈਲ ਕਰਾਵਤ ਨੀਰ ਕੀ ਲੈ ਚਲੇ ਬਿਸਾਲਾ। ਮਹਾਰਾਜ ਨੂੰ ਵਿੱਚ ਬਿਠਾ ਕੇ ਤੇ ਉਹਨੇ ਚੱਪੂ ਲਾਣੇ ਸ਼ੁਰੂ ਕਰ ਦਿੱਤੇ। ਹੌਲੇ ਹੌਲੇ ਦਰਿਆ ਸਤਲੁਜ ਪਾਰ ਕਰਾਂਦਾ, ਚੱਪੂ ਲਾਂਦਾ ਹੈ, ਨਾਲੇ ਦਰਿਆ ਦੀ ਗੁਰੂ ਸਾਹਿਬ ਨੂੰ ਸੈਲ ਕਰਾਂਦਾ ਹੈ। ਔਰ ਪ੍ਰਸੰਨ ਸਤਿਗੁਰ ਕਰੇ ਗਨਦਰਬ ਦਵਾਏ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪ੍ਰਸੰਨ ਕਰ ਲਿਆ, ਖੁਸ਼ ਕਰ ਲਿਆ ਤੇ ਗੁਰੂ ਸਾਹਿਬ ਜੀ ਨੇ ਉਹਨੂੰ ਮਾਇਆ ਵੀ ਬੜੀ ਦਿੱਤੀ, ਕਿਉਂਕਿ ਸਾਰਾ ਦਿਨ ਉਹਨਾਂ ਵਿਚਾਰਿਆਂ ਮਲਾਹਾਂ ਨੇ, ਗਰੀਬਾਂ ਨੇ ਗੁਰੂ ਸਾਹਿਬ ਦੀ ਫੌਜ ਨੂੰ ਪਾਰ ਲੰਘਾਇਆ ਸੀ ਤੇ ਗੁਰੂ ਸਾਹਿਬ ਕਿਸੇ ਦਾ ਹੱਕ ਨਹੀਂ ਰੱਖਦੇ। ਸਾਧ ਸੰਗਤ ਜੀ, ਜਿਹੜੇ ਕੰਮ ਮਾਇਆ ਨਾਲ ਹੁੰਦੇ ਉਹ ਮਾਇਆ ਨਾਲ ਹੀ ਹੁੰਦੇ। ਮਾਇਆ ਦਾਸੀ ਹੈ ਪਰਮੇਸ਼ਰ ਦੀ, ਸੰਸਾਰ ਦਾ ਵਿਹਾਰ ਚਲਾਉਣ ਵਾਸਤੇ ਹੈ। ਹਰ ਇੱਕ ਗਰੀਬ ਬੰਦੇ ਨੇ ਰੋਟੀ ਖਾਣੀ ਹੈ, ਸਾਰਿਆਂ ਨੂੰ ਉਹਨਾਂ ਦੀ ਕਮਾਈ ਮਿਹਨਤ ਦਾ ਫਲ ਮਿਲਣਾ ਚਾਹੀਦਾ। ਸ਼ਰਧਾ ਉਹਨਾਂ ਦੀ ਬਹੁਤ ਸੀ ਗੁਰੂ ਸਾਹਿਬ ਤੋਂ, ਮਾਇਆ ਉਹ ਲੈਣੀ ਨਹੀਂ ਸੀ ਚਾਹੁੰਦੇ, ਪਰ ਮਹਾਰਾਜ ਨੇ ਉਹਨਾਂ ਨੂੰ ਆਪਣੇ ਹੱਥੀਂ ਖੁੱਲੀ ਮਾਇਆ ਵਰਤਾਈ ਹੈ। ਲੀਨ ਰਜ ਤਪਨ ਪੰਚ ਸੈ ਕੇ ਵਟਹਰ ਖਾਏ। ਤੇ ਮਹਾਰਾਜ ਨੇ 500 ਰੁਪਈਆ ਦਿੱਤਾ ਸਾਰਿਆਂ ਨੂੰ। ਉਹਨਾਂ ਮਲਾ ਉਦੋਂ 500 ਦੀ ਬੜੀ ਵੈਲਿਊ ਸੀ, ਅੱਜ ਤੋਂ 500-400 ਸਾਲ ਪਹਿਲਾਂ 500 ਰੁਪਈਆ ਬਹੁਤ ਸੀ। ਖੁੱਲੇ ਹੱਥੀ, ਹਾਲਾਂਕਿ ਉਹਨਾਂ ਨੂੰ ਇੰਨਾ ਪੈਸਾ ਕਦੀ ਕੋਈ ਦਿੰਦਾ ਨਹੀਂ ਸੀ ਜਿੰਨਾ ਗੁਰੂ ਸਾਹਿਬ ਨੇ ਉਹਨਾਂ ਨੂੰ ਦਿੱਤਾ ਮਲਾਹਾਂ ਨੂੰ। ਸਾਰੇ ਮਲਾਹ ਖੁਸ਼ ਹੋ ਗਏ। ਉਤਰੇ ਪਾਰ ਕਰਾਰ ਪਰ ਤਦਰਵ ਜਲ ਹੀਰੇ। ਪਰਲੇ ਕਿਨਾਰੇ ਤੇ ਦੁਆਬੇ ਵਾਲੇ ਪਾਸੇ, ਲੁਧਿਆਣੇ ਵਾਲੇ ਪਾਸਿਓਂ ਗੁਰੂ ਸਾਹਿਬ ਜੀ ਜਲੰਧਰ ਵਾਲੇ ਪਾਸੇ, ਜਿਹੜਾ ਦਰਿਆ ਦਾ ਹਿੱਸਾ ਹੈ ਕਹਿ ਲਓ ਵੀ ਫਲੌਰ ਦੇ ਲਾਗੇ, ਉਧਰ ਪਰਲੇ ਪਾਸੇ ਜਾ ਉਤਰੇ ਹਨ। ਸਕਲ ਬਾਹਨੀ ਰਚਰ ਥਲ ਕੀ ਨਸਜਹ ਡੇਰੇ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਫੌਜ ਨੇ ਉੱਥੇ ਜਾ ਡੇਰਾ ਕੀਤਾ। ਖਾਨ ਪਾਨ ਸਤਿਗੁਰ ਕਰੇ ਤੈ ਹੈ ਨਿਸਾ ਬਿਤਾਈ। ਉੱਥੇ ਲੰਗਰ ਪਾਣੀ ਛਕ ਕੇ, ਘੋੜੇ ਬੰਨ੍ਹ ਕੇ, ਘੋੜਿਆਂ ਨੂੰ ਘਾਹ ਪੱਠਾ ਪਾ ਕੇ ਰਾਤ ਬਤੀਤ ਕੀਤੀ ਹੈ। ਭਈ ਪ੍ਰਾਤ ਕਰ ਸੋਚ ਕੋ ਮਜੇ ਗੋਸਾਈ। ਉਥੇ ਮਹਾਰਾਜ ਸੋਚ ਇਸ਼ਨਾਨ ਕਰਕੇ ਅੰਮ੍ਰਿਤ ਵੇਲੇ ਤਿਆਰ ਹੋਏ ਹਨ। ਬਸਤਰ ਸ਼ਸਤਰ ਕੋ ਪਹਿਰ ਕੈ ਆਰੂੜ ਤਿਰੰਗਾ। ਬਸਤਰ ਸ਼ਸਤਰ ਪਹਿਨ ਕੇ ਮਹਾਰਾਜ ਛੇਵੇਂ ਪਾਤਸ਼ਾਹ ਘੋੜੇ ਤੇ ਸਵਾਰ ਹੋਏ ਹਨ। ਗਮਨ ਕੀਨ ਸਤਿਗੁਰ ਪ੍ਰਭੂ ਜਿਨ ਕੋ ਜਸ ਗੰਗਾ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਚੱਲੇ ਹਨ ਜਿਨ੍ਹਾਂ ਦਾ ਜਸ ਗੰਗਾ ਦੀ ਤਰ੍ਹਾਂ ਪਵਿੱਤਰ ਹੈ। ਯਥਾ ਕਰਮ ਮਗ ਕੋ ਉਲੰਘ ਪਹੁੰਚੇ ਤਬ ਜਾਈ। ਯਥਾ ਕਰਮ ਸਾਰਾ ਪੈਂਡਾ ਲੰਘ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਉੱਥੇ ਜਾ ਪਹੁੰਚੇ। ਸ੍ਰੀ ਕਰਤਾਰਪੁਰਾ ਜਹਾਂ ਗੁਰ ਰਚਿਓ ਬਨਾਈ। ਜੋ ਗੁਰੂ ਕੀ ਪਵਿੱਤਰ ਨਗਰੀ ਹੈ ਕਰਤਾਰਪੁਰ ਸਾਹਿਬ, ਜਲੰਧਰ ਦੇ ਲਾਗੇ। ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦੁਆਬੇ 'ਚ ਸਿੱਖੀ ਦਾ ਪ੍ਰਚਾਰ ਕਰਨ ਲਈ ਬਣਾਇਆ ਸੀ। ਇੱਥੇ ਗੰਗਸਰ ਖੂਹ ਬਣਾਇਆ ਸੀ ਤੇ ਇੱਥੇ ਗੁਰੂ ਸਾਹਿਬ ਜੀ ਮਹਾਰਾਜ ਛੇਵੇਂ ਪਾਤਸ਼ਾਹ ਜੀ ਰਹੇ ਹਨ। ਇੱਥੇ ਗੁਰੂ ਸਾਹਿਬ ਜੀ ਦਾ
ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਵੀ ਮੌਜੂਦ ਹੈ, ਜਿਹਨੂੰ ਆਪਾਂ ਕਰਤਾਰਪੁਰੀ ਬੀੜ ਕਹਿੰਦੇ ਆ। ਭਾਈ ਗੁਰਦਾਸ ਜੀ ਦੇ ਹੱਥ ਦਾ ਲਿਖਿਆ ਉਹ ਸਰੂਪ ਬਾਬਾ ਧੀਰਮਲ ਜੀ ਦੇ ਘਰ ਅੱਜ ਵੀ ਮੌਜੂਦ ਹੈ। ਸੋ ਸਾਧ ਸੰਗਤ ਜੀ, ਇਹ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਛੇਵੇਂ ਪਾਤਸ਼ਾਹ ਆ ਪਹੁੰਚੇ ਹਨ। ਸਰਬ ਜਹਾਂ ਪਰਿਵਾਰ ਹੈ ਗੁਰ ਕੋ ਹਿਤਕਾਰੀ। ਜਿੱਥੇ ਗੁਰੂ ਦਾ ਸਾਰਾ ਪਰਿਵਾਰ ਰਹਿ ਰਿਹਾ, ਗੁਰੂ ਸਾਹਿਬ ਦੇ ਬੱਚੇ ਹਨ, ਗੁਰੂ ਸਾਹਿਬ ਆਪਣੇ ਪਰਿਵਾਰ ਕੋਲ ਆ ਗਏ ਹਨ। ਹਿਰਦੈ ਪ੍ਰਤੀ ਖਤ ਰਹਿਤ ਹੈ ਕਬ ਦਰਸ਼ਨ ਨਿਹਾਰੀ। ਇੱਥੇ ਮਾਤਾ ਨਾਨਕੀ ਮਾਂ ਦੇਵੀ ਉਡੀਕਦੇ ਰਹਿੰਦੇ, ਗੁਰੂ ਸਾਹਿਬ ਕਦੋਂ ਆ ਕੇ ਦਰਸ਼ਨ ਦੇਣਗੇ। ਬਨਿਤਾ ਨੁਖਾਸ ਪੁੱਤਰ ਬਸ ਅਰ ਪੁੱਤਰ ਅਛੇਰੇ। ਇੱਥੇ ਮਹਾਰਾਜ ਦੇ ਦੋ ਮਹਿਲ, ਮਾਤਾ ਨਾਨਕੀ ਤੇ ਮਾਤਾ ਮਹਾਦੇਵੀ ਜੀ, ਉਹਨਾਂ ਨੂੰ ਸਤਿਗੁਰੂ ਜੀ ਨੇ ਦਰਸ਼ਨ ਦਿੱਤੇ ਹਨ। ਅਤੇ ਪੁੱਤਰ ਬਾਬਾ ਗੁਰਦਿੱਤਾ ਜੀ ਤੇ ਪੋਤਰੇ ਬਾਬਾ ਧੀਰਮਲ ਜੀ ਨੂੰ ਗੋਦੀ ਚੁੱਕਿਆ ਹੈ। ਕਬ ਕਰ ਹੈ ਆਗਵਨ ਕੋ ਇਮ ਚਹਤ ਕਨੇਰੇ। ਸਾਰੀ ਫੈਮਿਲੀ ਗੁਰੂ ਦੀ, ਸਾਰਾ ਪਰਿਵਾਰ ਸਤਿਗੁਰਾਂ ਦਾ ਉਡੀਕ ਰਿਹਾ ਸੀ, ਕਦੋਂ ਆਉਣਗੇ ਮਹਾਰਾਜ ਜੀ, ਕਦੋਂ ਆਉਣਗੇ। ਕਈ ਮਹੀਨੇ ਹੋ ਗਏ ਸੀ ਵਿਛੜਿਆਂ ਨੂੰ, ਤੇ ਅੱਜ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਆਏ ਹਨ, ਸਾਰੇ ਪਰਿਵਾਰ ਨੂੰ ਬੜੀ ਖੁਸ਼ੀ ਹੋਈ ਹੈ। ਗੁਰੂ ਦੂਰਪੁਰ ਤੇ ਹੁਤੇ ਧੌਂਸਾ ਤੁੰਕਾਰੇ। ਜਦੋਂ ਮਹਾਰਾਜ ਦਾ ਨਗਾਰਾ ਵੱਜਿਆ, ਦੂਰੋਂ ਹੀ ਸੁਣਾਈ ਦਿੱਤਾ ਪਿੰਡ ਵਾਲਿਆਂ ਨੂੰ। ਨਰਨ ਸੁਨੀ ਧੁਨੀ ਕਾਨ ਮਹਿ ਚਿਤ ਕੀਨ ਵਿਚਾਰੇ। ਜਦੋਂ ਪਿੰਡ ਵਾਲਿਆਂ ਨੇ ਇਹ ਆਵਾਜ਼ ਸੁਣੀ ਨਗਾਰੇ ਦੀ, ਤੇ ਮਨ 'ਚ ਵਿਚਾਰ ਕੀਤਾ ਵੀ ਗੁਰੂ ਸਾਹਿਬ ਜੀ ਆ ਰਹੇ ਨੇ। ਨਿਸ਼ਚੈ ਕਰ ਆਗਵਨ ਗੁਰ ਬੜ ਆਨੰਦ ਰਾਚੇ। ਮਹਾਰਾਜ ਆ ਰਹੇ ਨੇ, ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਦਾ ਨਗਾਰਾ ਵੱਜ ਰਿਹਾ ਹੈ। ਬੜਾ ਮਨ ਨੂੰ ਪ੍ਰਸੰਨਤਾ ਹੋਈ, ਬੜੀ ਖੁਸ਼ੀ ਹੋਈ ਪਿੰਡ ਵਾਲਿਆਂ ਨੂੰ, ਗੁਰੂ ਕੇ ਪਰਿਵਾਰ ਨੂੰ ਵੀ ਅਤੇ ਸੰਗਤਾਂ ਨੂੰ ਵੀ। ਮਨੋ ਮੋਰ ਕਨ ਘੋਰ ਤੇ ਕਰ ਸ਼ੋਰ ਉਬਾਚੇ। ਕਵੀ ਜੀ ਲਿਖਦੇ ਆ, ਜਿਵੇਂ ਕਾਲੇ ਬੱਦਲਾਂ ਦੀ ਕਨਕੋਰ ਨੂੰ ਸੁਣ ਕੇ ਤੇ ਮੋਰ ਸ਼ੋਰ ਮਚਾਉਂਦੇ ਹਨ। ਮੋਰ ਪਹਿਲਾਂ ਪਾਣ ਲੱਗ ਜਾਂਦੇ, ਬੱਦਲਾਂ ਦੀ ਜਦੋਂ ਗੜਗੜਾਹਟ ਸੁਣਦੇ ਨਾ, ਬੱਦਲ ਗਰਜਦੇ ਨੇ, ਉਹਨਾਂ ਦੀ ਧੁਨੀ ਨੂੰ ਸੁਣ ਕੇ ਤੇ ਮੋਰ ਖੁਸ਼ ਹੁੰਦੇ, ਉਸੇ ਵੇਲੇ ਪੈਰ ਪਹਿਲਾਂ ਪਾਣ ਲੱਗ ਜਾਂਦੇ ਹਨ। ਇੱਦਾਂ ਸਿੱਖਾਂ ਨੂੰ ਖੁਸ਼ੀ ਹੋਈ ਵੀ ਸਾਡੇ ਸਤਿਗੁਰੂ ਜੀ ਆ ਗਏ ਹਨ। ਇਤ ਉਤ ਦੌਰਤ ਨਰ ਫਿਰੈ ਕੋ ਕਾਹੇ ਸੁਨਾਵੈ। ਕਹਿੰਦੇ ਲੋਕ ਇੱਧਰ ਉੱਧਰ ਦੌੜੇ ਫਿਰਦੇ, ਇੱਕ ਦੂਜੀ ਨੂੰ ਖਬਰਾਂ ਦਿੰਦੇ, ਆਓ ਬਈ ਛੇਤੀ ਘਰ ਦੇ ਕੰਮ ਛੱਡੋ, ਮਹਾਰਾਜ ਛੇਵੇਂ ਪਾਤਸ਼ਾਹ ਜੀ ਆਏ ਨੇ, ਚੱਲ ਕੇ ਦਰਸ਼ਨ ਕਰੀਏ, ਗੁਰੂ ਸਾਹਿਬ ਦਾ ਸਵਾਗਤ ਕਰੀਏ। ਇਹ ਸਾਧ ਸੰਗਤ ਜੀ ਮਰਜ਼ਾਦਾ ਹੁੰਦੀ ਸੀ, ਵੱਡੇ ਪੁਰਸ਼ਾਂ ਦਾ ਸਵਾਗਤ ਕਰਨ ਲਈ ਸਾਰਾ ਪਿੰਡ ਤੁਰ ਪੈਂਦਾ ਸੀ। ਅੱਜ ਕੱਲ੍ਹ ਤੇ ਕੋਈ ਕਿਸੇ ਨੂੰ ਪਤਾ ਹੀ ਨਹੀਂ ਵੀ ਸਵਾਗਤ ਕਰੀਦਾ ਕਿਵੇਂ ਆ, ਸਤਿਕਾਰ ਕਿਵੇਂ ਕਰੀਦਾ। ਸਾਰਾ ਹੀ ਨਗਰ ਮਹਾਰਾਜ ਦੇ ਸਤਿਕਾਰ ਵਿੱਚ ਜੁੜ ਗਿਆ। ਕਰਤ ਕੁਲਾਹਲ ਆਪ ਮਹਿ ਸ੍ਰੀ ਸਤਿਗੁਰ ਆਵੈ। ਕਹਿੰਦੇ ਆਪਸ 'ਚ ਬੜਾ ਕੁਲਾਹਲ ਕਰਦੇ ਹੋਏ ਗੁਰੂ ਹਰਗੋਬਿੰਦ ਸਾਹਿਬ ਜੀ ਆ ਰਹੇ, ਸਾਡੇ ਸਤਿਗੁਰੂ ਆ ਰਹੇ, ਚੱਲੀਏ ਭਾਈ ਦਰਸ਼ਨ ਕਰੀਏ, ਮਹਾਰਾਜ ਜੀ ਆਏ ਹਨ। ਸਗਰੇ ਪੁਰ ਮੈਂ ਸੁਧ ਭਾਈ ਸਭ ਤਿਆਗੋ ਕਾਜਾ। ਸਾਰੇ ਪਿੰਡ 'ਚ ਖਬਰ ਹੋਈ ਬਈ ਸਾਰੇ ਕੰਮ ਛੱਡ ਕੇ ਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਲੈਣ ਚੱਲੀਏ। ਤਤਪਰ ਇੱਕ ਗੁਰ ਦਿਖਬੇ ਰਹਿਤ ਨਿਜ ਰਾਜਾ। ਕਹਿੰਦੇ ਬਸ ਇੱਕੋ ਹੀ ਵੀ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਆ, ਗੁਰੂ ਸਾਹਿਬ ਮਹਾਰਾਜ ਨੂੰ ਵੇਖਣਾ ਹੈ। ਇਸ ਕਰਕੇ ਅੱਜ ਜਿਵੇਂ ਰਈਅਤ ਆ ਪ੍ਰਜਾ ਆਪਣੇ ਰਾਜੇ ਨੂੰ ਦੇਖਣ ਜਾਂਦੀ ਹੈ ਨਾ, ਇੱਦਾਂ ਗੁਰੂ ਦੇ ਸਿੱਖ ਆਪਣੇ ਗੁਰੂ ਨੂੰ ਦੇਖਣ ਲਈ ਉਤਾਵਲੇ ਹਾਂ। ਚਲੋ ਚੱਲ ਕੇ ਦਰਸ਼ਨ ਕਰੀਏ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਹੁਣ ਕਦ ਮਿਲੀਐ ਪ੍ਰਿਆ ਤੁਧ ਭਗਵੰਤਾ, ਮੋਹਿ ਰਹਿਣ ਨਾ ਬਿਹਾਵੈ ਨੀਂਦ ਨਾ ਆਵੈ, ਬਿਨ ਦੇਖੇ ਗੁਰ ਦਰਬਾਰੇ ਜੀਓ। ਉਹਨਾਂ ਗੁਰੂ ਕੇ ਸਿੱਖਾਂ ਦਾ ਜਿਹੜਾ ਦਰਸ਼ਨਾਂ ਤੋਂ ਬਿਨਾਂ ਇੱਕ ਪਲ ਪਲ ਵੀ ਔਖਾ ਲੰਘਦਾ ਸੀ। ਮਨ ਪ੍ਰਸੰਨ ਹੋ ਗਿਆ ਜਦੋਂ ਛੇਵੇਂ ਪਾਤਸ਼ਾਹ ਦੇ ਨਗਾਰੇ ਦੀ ਧੁਨੀ ਸੁਣੀ ਹੈ। ਸ੍ਰੀ ਗੁਰਦਿੱਤਾ ਹਿਉ ਚੜਿਓ ਸੂਰਜ ਮਲ ਸੰਗਾ। ਬਾਬਾ ਗੁਰਦਿੱਤਾ ਜੀ ਗੁਰੂ ਸਾਹਿਬ ਨੂੰ ਅੱਗੋਂ ਦੀ ਲੈਣ ਲਈ ਘੋੜੇ ਤੇ ਚੜ੍ਹ ਕੇ ਨਾਲ ਬਾਬਾ ਸੂਰਜਮਲ ਜੀ ਨੂੰ ਲੈ ਲਿਆ। ਇਹ ਮਹਾਰਾਜ ਦੇ ਦੂਜੇ ਨੰਬਰ ਦੇ ਸਾਹਿਬਜ਼ਾਦੇ ਬਾਬਾ ਸੂਰਜਮਲ ਜੀ, ਪਹਿਲੇ ਨੰਬਰ ਦੇ ਬਾਬਾ ਗੁਰਦਿੱਤਾ ਜੀ। ਵੱਡੇ ਬਾਬਾ ਗੁਰਦਿੱਤਾ ਜੀ ਸਨ, ਉਹਨਾਂ ਤੋਂ ਛੋਟੇ ਬਾਬਾ ਸੂਰਜਮਲ ਜੀ ਸਨ। ਤੀਜੇ ਨੰਬਰ ਤੇ ਬਾਬਾ ਅਣੀ ਰਾਏ ਜੀ, ਤੇ ਚੌਥੇ ਤੇ ਬਾਬਾ ਅਟਲ ਰਾਏ ਜੀ ਸੀ, ਜੋ
ਉਹਨਾਂ ਦਾ ਸਰੀਰ ਸ਼ਾਂਤ ਹੋ ਚੁੱਕਾ ਹੈ, ਪਹਿਲੇ ਕਥਾ ਆ ਚੁੱਕੀ ਹੈ। ਪੰਜਵੇਂ ਤੇ ਗੁਰੂ ਤੇਗ ਬਹਾਦਰ ਜੀ ਸਨ। ਇਸ ਤਰ੍ਹਾਂ ਇਹ ਗੁਰੂ ਦੇ ਬੱਚੇ, ਗੁਰੂ ਦਾ ਪਰਿਵਾਰ ਸੀ। ਹਾਂਜੀ। ਤੇਗ ਬਹਾਦਰ ਤੁਰਤ ਚੜ ਮੰਗਵਾਏ ਤਿਰੰਗਾ। ਗੁਰੂ ਤੇਗ ਬਹਾਦਰ ਜੀ ਮਹਾਰਾਜ ਵੀ ਛੇਤੀ ਨਾਲ ਘੋੜੇ ਤੇ ਸਵਾਰ ਹੋਏ ਨੇ। ਆਪਣੇ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਵਾਗਤ ਕਰਨ ਲਈ ਅੱਗੇ ਨੂੰ ਤੁਰ ਪਏ ਹਨ। ਅਪਰ ਲੋਕ ਬਹੁ ਚੜ ਚਲੇ ਹੋਏ ਇਨਕੈ ਸਾਥਾ। ਕਹਿੰਦੇ ਬਹੁਤ ਪਿੰਡ ਦੇ ਲੋਕ, ਫੌਜਾਂ ਜਿਹੜੀਆਂ ਮਹਾਰਾਜ ਨਾਲ ਪਿੱਛੇ ਛੱਡ ਗਏ ਸੀ, ਉਹ ਸਾਰੇ ਨਾਲ ਚੱਲੇ ਗੁਰੂ ਸਾਹਿਬ ਦਾ ਸਵਾਗਤ ਕਰਨ ਲਈ। ਲੈ ਪ੍ਰਸਾਦ ਮਨ ਭਾਵ ਤੇ ਅਵਲੋਕਨ ਨਾਥਾ। ਪਿੰਡ ਵਾਲੇ ਕੋਈ ਮਹਾਰਾਜ ਵਾਸਤੇ ਪਤਾਸੇ ਥਾਲ 'ਚ ਪਾ ਕੇ ਲੈ ਚੱਲਿਆ, ਕੋਈ ਮਿਸ਼ਰੀ, ਕੋਈ ਛੁਹਾਰੇ ਤੇ ਕੋਈ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਹੀ ਲੈ ਤੁਰਿਆ। ਮਹਾਰਾਜ ਦਾ ਸਵਾਗਤ ਕਰਨ ਲਈ ਸੰਗਤਾਂ ਨੂੰ ਦੇ ਛਕਾਵਾਂਗੇ, ਜਿਹੜੀ ਫੌਜ ਆ ਰਹੀ ਹੈ ਉਹਨਾਂ ਦਾ ਮੂੰਹ ਮਿੱਠਾ ਕਰਾਵਾਂਗੇ। ਕੋਈ ਗੁੜ ਭੇਲੀ ਚੁੱਕੀ ਜਾਂਦਾ। ਏਦਾਂ ਭਾਵਨਾ ਨਾਲ ਸਿੱਖ ਭੇਟਾਵਾਂ ਲੈ ਕੇ ਤੁਰ ਪਏ ਨੇ। ਆਏ ਅਗਾਓ ਗੁਰ ਮਿਲੇ ਪਗ ਪੰਕਜ ਬੰਦੇ। ਅੱਗੇ ਆ ਗਏ, 1 ਮੀਲ 1.5 ਮੀਲ ਬਾਹਰ ਆ ਕੇ ਸ਼ਹਿਰ ਤੋਂ, ਕਰਤਾਰਪੁਰ ਤੋਂ ਗੁਰੂ ਸਾਹਿਬ ਨੂੰ ਮਿਲੇ ਜਲੰਧਰ ਦੇ ਲਾਗੇ ਤੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ। ਸ੍ਰੀ ਹਰਗੋਬਿੰਦ ਚੰਦ ਪਿਖ ਆਨੰਦ ਬਿਲੰਦੇ। ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਮਹਾਰਾਜ ਮੀਰੀ ਪੀਰੀ ਦੇ ਮਾਲਕ ਜੀ ਨੇ ਜਦੋਂ ਸੰਗਤਾਂ ਨੂੰ ਦਰਸ਼ਨ ਦਿੱਤੇ ਤੇ ਸੰਗਤਾਂ ਦੇ ਆਨੰਦ ਦੀ, ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਬਹੁਤ ਜ਼ਿਆਦਾ ਆਨੰਦ ਆਇਆ ਹੈ। ਕੁਸ਼ਲ ਪ੍ਰਸੰਨ ਕਰ ਸਭਨ ਸੋ ਆਗੇ ਪੁਨ ਚਾਲੇ। ਤੇ 6ਵੇਂ ਪਾਤਸ਼ਾਹ ਨੇ ਬਾਬਾ ਗੁਰਦਿੱਤਾ ਜੀ ਕੋਲੋਂ ਤੇ ਸ਼ਹਿਰ ਦੇ ਹੋਰ ਸਿਆਣਿਆਂ ਕੋਲੋਂ ਹਾਲ ਚਾਲ ਪੁੱਛਿਆ। ਸਾਰੇ ਇੱਕ ਦੂਜੀ ਨੂੰ ਮਿਲੇ ਖੁਸ਼ੀ ਦੇ ਨਾਲ। ਫਿਰ ਗੁਰੂ ਸਾਹਿਬ ਘੋੜੇ ਤੇ ਚੜੇ ਚੜਾਏ ਅਗਾਂਹ ਨੂੰ ਤੁਰ ਪਏ ਹਨ। ਨਿਕਸੇਪੁਰ ਤੇ ਬ੍ਰਿੰਦ ਨਰ ਗਮਨੇ ਪਗ ਨਾਲੇ। ਜਿਹੜੇ ਪੈਦਲ ਤੁਰਨ ਵਾਲੇ ਸੀ ਉਹ ਵੀ ਕਰਤਾਰਪੁਰ ਤੋਂ ਬਾਹਰ ਨਿਕਲ ਕੇ ਗੁਰੂ ਸਾਹਿਬ ਨੂੰ ਅੱਗੋਂ ਦੀ ਆ ਕੇ ਮਿਲੇ ਹਨ। ਸੋ ਆਗੇ ਆਵਤ ਮਿਲੇ ਦੇ ਭੇਟ ਅਗੇਰਾ ਅਗੇਰੇ। ਸਾਧ ਸੰਗਤ ਜੀ, ਗੁਰੂ ਕੇ ਸਿੱਖ ਗਲੀਆਂ 'ਚ ਖੜੇ, ਸੜਕਾਂ ਤੇ ਖੜੇ ਹਨ, ਫੁੱਲਾਂ ਦੀ ਵਰਖਾ ਕਰਦੇ ਐ, ਨੰਗੇ ਪੈਰ ਕਰਕੇ ਗੁਰੂ ਸਾਹਿਬ ਜੀ ਨੂੰ ਅੱਗੋਂ ਹੋ ਕੇ ਮੱਥਾ ਟੇਕਦੇ, ਭੇਟਾ ਦਿੰਦੇ ਸਤਿਗੁਰੂ ਜੀ ਨੂੰ। ਚਰਨ ਸਰੋਜਨ ਪਰਸ ਤੇ ਧਰਮੋਦ ਕਨੇਰੇ। ਮਹਾਰਾਜ ਦੇ ਚਰਨ ਕਮਲਾਂ ਨੂੰ ਪਰਸਦੇ ਆ ਬੜੀ ਖੁਸ਼ੀ ਦੇ ਨਾਲ। ਸਭ ਸੋ ਸਤਿਗੁਰ ਬੋਲ ਕਰ ਪ੍ਰਿਯ ਬਾਕ ਵਿਸਾਲੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਨੇ ਬੜੇ ਪ੍ਰੇਮ ਦੇ, ਪਿਆਰ ਦੇ ਬਚਨ ਕੀਤੇ ਹਨ। ਚਲੇ ਅਗਾਰੀ ਕੋ ਪ੍ਰਭੂ ਬੜ ਸ਼ੋਭਾ ਨਾਲੇ। ਮਹਾਰਾਜ ਏਦਾਂ ਬੜੀ ਸੋਭਾ, ਹਜ਼ਾਰਾਂ ਸੰਗਤਾਂ, ਹਜ਼ਾਰਾਂ ਫੌਜਾਂ। ਮਹਾਰਾਜ ਹੌਲੇ ਹੌਲੇ ਘੋੜੇ ਤੇ ਚੜੇ ਹੋਏ ਕਰਤਾਰਪੁਰ ਸਾਹਿਬ ਪਹੁੰਚ ਰਹੇ ਹਨ। ਸੈਨਾ ਸਭ ਪਛਾਤ ਕਰ ਏਕਲ ਹੋਏ ਆਗੇ। ਫੌਜ ਪਿੱਛੇ ਆ, ਗੁਰੂ ਸਾਹਿਬ ਇਕੱਲੇ ਅੱਗੇ ਹਨ। ਘੋੜਾ ਆਪਣਾ ਸੰਗਤ ਵਿੱਚ ਕਰ ਲਿਆ, ਫੌਜ ਪਿੱਛੇ ਰਹਿ ਗਈ ਥੋੜੀ, ਤਾਂ ਕਿ ਜਿਹੜੇ ਗੁਰੂ ਸਾਹਿਬ ਨੂੰ ਮਿਲਣ ਆਏ ਵਿਚਾਰੇ ਪੈਦਲ, ਉਹਨਾਂ ਨੂੰ ਘੋੜੇਆਂ ਕਰਕੇ ਤਕਲੀਫ ਨਾ ਹੋਵੇ। ਕਿਸੇ ਨੂੰ ਕੋਈ ਘੋੜਾ ਲੱਤ ਨਾ ਮਾਰ ਦੇਵੇ, ਕੋਈ ਇੱਦਾਂ ਨਾ ਲੱਗੇ ਵੀ ਸੰਗਤ ਨੂੰ ਗੁਰੂ ਸਾਹਿਬ ਮਿਲੇ ਨਹੀਂ। ਆਪਣਾ ਘੋੜਾ ਸੰਗਤ ਦੇ ਵਿੱਚ ਕਰ ਲਿਆ, ਬਾਕੀ ਫੌਜ ਥੋੜੀ ਵਿੱਥ ਤੇ 10-20 ਫੁੱਟ ਪਿੱਛੇ ਹੋ ਗਈ ਤੇ ਮਹਾਰਾਜ ਸੰਗਤਾਂ ਨੂੰ ਸਾਰੀਆਂ ਨੂੰ ਦਰਸ਼ਨ ਦਿੰਦੇ ਹੋਏ ਸ੍ਰੀ ਕਰਤਾਰਪੁਰ ਸਾਹਿਬ ਦੀ ਗਲੀਆਂ 'ਚ ਆ ਵੜੇ ਹਨ। ਧਰ ਧਰ ਪਹੁੰਚੈ ਪ੍ਰੇਮ ਜੋ ਪਗ ਪੰਕਜ ਲਾਗੇ। ਜਿਹੜੇ ਜਿਹੜੇ ਪਿੰਡ ਦੇ ਸਿੱਖ ਆਉਂਦੇ ਪ੍ਰੇਮ ਨਾਲ ਆ ਕੇ ਚਰਨਾਂ ਤੇ ਮੱਥਾ ਟੇਕਦੇ ਐ। ਆਏ ਪ੍ਰਵੇਸ਼ੇ ਪੁਰੀ ਦਰ ਜਨ ਉਦਯੋ ਸੁਚੰਦੂ। ਸਾਧ ਸੰਗਤ ਜੀ, ਮਹਾਰਾਜ ਆ ਕਰਤਾਰਪੁਰ ਦੀ ਨਗਰੀ 'ਚ ਬੜੇ 6ਵੇਂ ਪਾਤਸ਼ਾਹ ਕਈ ਮਹੀਨਿਆਂ ਬਾਅਦ, ਕਈ ਸਮਿਆਂ ਬਾਅਦ ਆਏ ਹਨ। ਇਸ ਕਰਕੇ ਪਿੰਡ ਦੇ ਜਿੰਨੀ ਖੁਸ਼ੀ ਵੀ ਜਿਵੇਂ ਮਾਨੋ ਚੰਦ ਚੜ ਗਿਆ ਹੋਵੇ। ਨਿਜ ਦਰ ਦਰ ਦਾਰਾ ਖਰੀਲੇ ਮਾਲ ਬਿਲੰਦੂ। ਬੀਬੀਆਂ ਭੈਣਾਂ ਵੀ ਕੋਠਿਆਂ ਤੇ ਚੜ ਕੇ ਫੁੱਲਾਂ ਦੀ ਵਰਖਾ ਕਰਦੀਆਂ ਨੇ। ਕਈ ਬਾਈਆਂ ਬਜ਼ੁਰਗ ਫੁੱਲਾਂ ਦੇ ਹਾਰ ਲੈ ਕੇ ਖੜੀਆਂ ਨੇ ਗਲੀ ਦੇ ਵਿੱਚ। ਜਦੋਂ ਗੁਰੂ ਸਾਹਿਬ ਕੋਲੋਂ ਦੀ ਲੰਘਦੇ ਆ ਤੇ ਅੱਗੇ ਹੋ ਕੇ ਮੱਥਾ ਟੇਕਦੀਆਂ, ਆਪਣੇ ਫੁੱਲ ਭੇਟਾ ਕਰਦੀਆਂ ਸਤਿਗੁਰੂ ਜੀ ਨੂੰ।
ਪਹਿਰਾਵਤ ਗੁਰ ਕੇ ਗਰੇ ਗਨ ਪੁਸ਼ਪ ਵਿਸਾਵੈ। ਕਹਿੰਦੇ ਕੋਈ ਫੁੱਲਾਂ ਦੀ ਵਰਖਾ ਕਰਦੇ, ਕੋਈ ਫੁੱਲਾਂ ਦੇ ਹਾਰ ਗੁਰੂ ਸਾਹਿਬ ਦੇ ਗਲ ਪਾਉਂਦੇ ਹਨ। ਬਾਰ ਬਾਰ ਕਰ ਆਰਤੀ ਸਨਮੁਖ ਦਰਸਾਵੈ। ਵਾਰ ਵਾਰ ਆਰਤੀ ਕਰਕੇ ਮਹਾਰਾਜ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਦੇ। ਬਲਿਹਾਰੀ ਹੋਏ ਪ੍ਰੇਮ ਸੋ ਗੁਰ ਮੂਰਤ ਹੀਰੈ। ਬਲਿਆਰ ਬਲਿਆਰ ਜਾਂਦੇ ਪ੍ਰੇਮ ਨਾਲ ਗੁਰੂ ਦੀ ਮੂਰਤ ਦੇ ਦਰਸ਼ਨ ਕਰਦੇ। ਸੁਨੀ ਲੜਾਈ ਤੁਰਕ ਗਨ ਕਰ ਫਤਿਹ ਕਨੇਰਾ। ਕਹਿੰਦੇ ਲੜਾਈ ਤੁਰਕਾਂ ਦੇ ਨਾਲ ਜਿਹੜੀ ਹੋਈ ਹੈ ਇਹਦੇ ਬਾਰੇ ਸੁਣਦੇ ਪੁੱਛਦੇ ਮਹਾਰਾਜ ਜੀ ਸੁਣਿਆ ਬੜਾ ਵੱਡਾ ਜੰਗ ਕਰਕੇ ਆਏ ਹੋ, ਸੱਚੇ ਪਾਤਸ਼ਾਹ ਜੀ ਬੜੀ ਵੱਡੀ ਫਤਿਹ ਪ੍ਰਾਪਤ ਕੀਤੀ ਹੈ, ਗੁਰੂ ਨੇ ਬੜੀ ਬਖਸ਼ਿਸ਼ ਕੀਤੀ ਹੈ। 35,000 ਤੁਰਕ ਆਇਆ ਸੀ, ਚੜ ਕੇ ਰਣ ਤੱਤੇ 'ਚ ਮਾਰਿਆ ਹੈ। ਸਾਦਰ ਸਭਨ ਬਿਲੋਕ ਤੇ ਬੋਲਤ ਕਿਹ ਸਾਥਾ। ਮਹਾਰਾਜ ਸਾਰਿਆਂ ਨੂੰ ਪਿਆਰ ਨਾਲ ਵੇਖਦੇ ਆ, ਸਾਰਿਆਂ ਦਾ ਸਤਿਕਾਰ ਕਬੂਲਦੇ ਸਤਿਗੁਰੂ ਤੇ ਸਾਰਿਆਂ ਨਾਲ ਬਚਨ ਵਿਲਾਸ ਕਰਦੇ ਹਨ। ਸਨੇ ਸਨੇ ਪੁਰ ਕੋ ਚਲਤ ਹਰਖਤ ਗੁਰ ਨਾਥਾ। ਸਹਿਜੇ ਸਹਿਜੇ ਮਹਾਰਾਜ ਨਗਰ ਵੱਲ ਤੁਰੇ ਆਉਂਦੇ ਤੇ ਖੁਸ਼ ਹਨ, ਬੜੇ ਪ੍ਰਸੰਨ ਹਨ। ਦੇਤ ਮੋਤ ਕੋ ਪੁਰ ਜਨਨ ਬੂਜਤ ਸੁਖ ਸ਼ਾਂਤੀ। ਕਰਤਾਰਪੁਰ ਵਾਸੀਆਂ ਨੂੰ ਖੁਸ਼ੀ ਦੇ ਰਹੇ ਨੇ, ਪ੍ਰਸੰਨਤਾ ਦੇ ਰਹੇ ਨੇ, ਉਹਨਾਂ ਦੀ ਸੁਖ ਸ਼ਾਂਤੀ ਪੁੱਛਦੇ ਨੇ। ਮਹਾਰਾਜ ਜੀ ਇਮ ਪ੍ਰਾਪਤ ਆਪਣੇ ਮਹਿਲ ਪਹੁੰਚੇ ਰਿਪ ਘਾਤੀ। ਏਦਾਂ ਵੈਰੀਆਂ ਦਾ ਨਾਸ ਕਰਨ ਵਾਲੇ ਤੇ ਸੰਤਾਂ ਦੀ ਰੱਖਿਆ ਕਰਨ ਵਾਲੇ, ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰਉਪਕਾਰੀ। ਛੇਵੇਂ ਪਾਤਸ਼ਾਹ ਆਪਣੇ ਘਰ ਗੁਰੂ ਕੇ ਮਹਿਲ ਸ੍ਰੀ ਕਰਤਾਰਪੁਰ ਸਾਹਿਬ। ਅੱਜ ਕੱਲ੍ਹ ਜਿੱਥੇ ਬਾਬਾ ਧੀਰਮਲ ਜੀ ਦਾ ਪਰਿਵਾਰ ਰਹਿ ਰਿਹਾ, ਬਾਬਾ ਵਡਭਾਗ ਸਿੰਘ ਜੀ ਦਾ ਪਰਿਵਾਰ ਰਹਿ ਰਿਹਾ, ਇਹ ਮਹਿਲ ਮਹਾਰਾਜ ਸਾਹਿਬ ਛੇਵੇਂ ਪਾਤਸ਼ਾਹ ਜੀ ਦੇ ਹਨ। ਧੰਨ ਗੁਰੂ ਹਰਗੋਬਿੰਦ ਸਾਹਿਬ ਗੁਰੂ ਅਰਜਨ ਦੇਵ ਪੰਜਵੇਂ ਪਾਤਸ਼ਾਹ ਨੇ ਬਣਵਾਏ। ਫਿਰ ਇਹਨਾਂ ਮਹਿਲਾਂ ਵਿੱਚ ਸਤਿਗੁਰੂ ਜੀ ਛੇਵੇਂ ਪਾਤਸ਼ਾਹ ਜੀ ਬਹੁਤ ਸਮਾਂ, ਬਾਬਾ ਗੁਰਦਿੱਤਾ ਸਾਹਿਬ ਜੀ ਇੱਥੇ ਰਹੇ ਹਨ। ਬਾਅਦ ਵਿੱਚ ਬਾਬਾ ਧੀਰਮਲ ਜੀ ਦਾ ਪਰਿਵਾਰ ਹੁਣ ਤੱਕ ਉੱਥੇ ਰਹਿੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਪ੍ਰਾਚੀਨ ਹੱਥ ਲਿਖਤ ਸਰੂਪ ਭਾਈ ਗੁਰਦਾਸ ਸਾਹਿਬ ਜੀ ਵਾਲਾ ਹੈ, ਉਹ ਇਸ ਪਰਿਵਾਰ ਦੇ ਕੋਲ ਹੈ। ਹਾਂਜੀ, ਸ੍ਰੀ ਗ੍ਰੰਥ ਸਾਹਿਬ ਜਹਾਂ ਤਹ ਪੂਰਬ ਆਏ। ਉਸ ਮਹਿਲ ਦੇ ਵਿੱਚ ਇੱਕ ਕਮਰਾ ਹੈ ਜਿਹਦੇ ਵਿੱਚ ਆਦਿ ਗੁਰੂ ਗ੍ਰੰਥ ਸਾਹਿਬ ਜੀ ਪਹਿਲਾ ਸਰੂਪ ਜਿਹੜਾ ਸਭ ਤੋਂ ਪਹਿਲਾਂ ਮਹਾਰਾਜ ਗੁਰੂ ਗ੍ਰੰਥ ਸਾਹਿਬ ਲਿਖਿਆ, ਉਹ ਭਾਈ ਗੁਰਦਾਸ ਜੀ ਦੇ ਹੱਥ ਦਾ ਲਿਖਿਆ ਹੋਇਆ। ਹਰਿਮੰਦਰ ਸਾਹਿਬ ਤੋਂ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਚੱਲੇ ਸੀ, ਨਾਲ ਹੀ ਲੈ ਆਏ ਸੀ ਖਜ਼ਾਨਾ, ਕਿ ਪਿੱਛੋਂ ਤੁਰਕ ਕਿਤੇ ਖਜ਼ਾਨਾ ਬੇਅਦਬੀ ਨਾ ਕਰ ਦੇਣ। ਤੇ ਉਹ ਅੱਜ ਕੱਲ੍ਹ ਬਾਬਾ ਧੀਰਮਲ ਜੀ ਦੇ ਪਰਿਵਾਰ ਕੋਲ ਹੈ। ਉੱਥੇ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਕਮਰੇ 'ਚ ਸਭ ਤੋਂ ਪਹਿਲਾਂ ਗਏ ਹਨ। ਧਰ ਪ੍ਰਸਾਦ ਦਰਸ਼ਨ ਕਰਿਓ ਨਿਜ ਸੀਸ ਨਿਵਾਏ। ਉੱਥੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਪ੍ਰਸ਼ਾਦ ਅਰਪਣ ਕੀਤਾ ਹੈ, ਪ੍ਰਸ਼ਾਦ ਦੇਗ ਅਰਪਣ ਕੀਤੀ ਹੈ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਛੇਵੇਂ ਪਾਤਸ਼ਾਹ ਜੀ ਨੇ। ਸੁਨੇ ਸ਼ਬਦ ਤਬ ਪੰਚਤ ਹੈ ਥਿਰ ਕੇਤਕ ਕਾਲਾ। ਗੁਰੂ ਸਾਹਿਬ ਨੇ 5 ਸ਼ਬਦ ਸੁਣੇ ਬੈਠ ਕੇ। ਗੁਰੂ ਗ੍ਰੰਥ ਸਾਹਿਬ ਕੋਲ ਜਦੋਂ ਵੀ ਜਾਂਦੇ ਸੀ ਨਾ, ਗੁਰੂ ਹਰਗੋਬਿੰਦ ਸਾਹਿਬ ਬੈਠ ਜਾਂਦੇ ਸੀ, ਘੱਟੋ ਘੱਟ 5 ਸ਼ਬਦ ਜ਼ਰੂਰ ਸੁਣਦੇ ਸੀ। ਇਹ ਪੁਰਾਤਨ ਸਿੱਖਾਂ ਨੇ ਵੀ ਮਰਿਆਦਾ ਰੱਖੀ, 5 ਸ਼ਬਦ ਜ਼ਰੂਰ ਸੁਣਨੇ, ਘੱਟੋ ਘੱਟ। ਜ਼ਿਆਦਾ ਸੁਣੋ ਜਿੰਨਾ ਮਰਜ਼ੀ, ਪਰ ਘੱਟ ਤੋਂ ਘੱਟ 10 ਮਿੰਟ 20 ਮਿੰਟ ਤਾਂ ਬੈਠੋ ਗੁਰੂ ਕੋਲ, ਕੋਈ ਬਚਨ ਸੁਣੋ। ਘੱਟੋ ਘੱਟ 5 ਸ਼ਬਦ ਸੁਣੇ ਛੇਵੇਂ ਪਾਤਸ਼ਾਹ ਜੀ ਨੇ ਬੈਠ ਕੇ। ਪੁਰਜਨ ਬੈਠੇ ਸਗਲ ਗਨ ਪਿਖ ਆਨੰਦ ਵਿਸਾਲਾ। ਸਾਧ ਸੰਗਤ ਜੀ ਨਗਰ ਨਿਵਾਸੀ ਮਹਾਰਾਜ ਸਾਹਿਬ ਜੀ ਦੇ ਕੋਲ ਬੈਠ ਗਏ, ਬੜਾ ਆਨੰਦ। ਸਾਰੀ ਸੰਗਤ ਨੂੰ ਖੁਸ਼ੀ ਵੀ ਮਹਾਰਾਜ ਬੜੇ ਸਮੇਂ ਬਾਅਦ ਵਾਪਸ ਆਏ ਨੇ ਪਿੰਡ ਵਿੱਚ। ਹਾਥ ਜੋਰ ਬੂਜਨ ਕਰੇ ਰਣ ਭਇਓ ਕਨੇਰਾ। ਪਿੰਡ ਵਾਲਿਆਂ ਨੇ ਹੱਥ ਜੋੜ ਕੇ ਪੁੱਛਿਆ, ਮਹਾਰਾਜ ਸੁਣਿਆ ਬਹੁਤ ਵੱਡੀ ਲੜਾਈ ਹੋਈ ਹੈ, ਬੜਾ ਵੱਡਾ ਜੰਗ ਹੋਇਆ। ਰਹੀ ਸ਼੍ਰੇ ਤਨ ਆਪ ਕੇ ਪ੍ਰਭੂ ਜੀ ਤਸਬੇਰਾ। ਮਹਾਰਾਜ ਤੁਹਾਡਾ ਸਰੀਰ ਤਾਂ ਠੀਕ ਰਿਹਾ ਨਾ, ਕਿਉਂਕਿ ਲੜਾਈ ਦਾ ਤਾਂ ਨਾਮ ਹੀ ਬੁਰਾ ਹੁੰਦਾ, ਜੰਗ ਦੇ ਵਿੱਚ ਕੁਝ ਵੀ ਹੋ ਸਕਦਾ ਹੈ। ਸ਼ੁਕਰ ਹੈ ਮਹਾਰਾਜ ਆਪ ਜੀ ਨੂੰ ਤੱਤੀ ਵਾਹ ਨਾ ਲੱਗੇ, ਆਪ ਜੀ ਨੂੰ ਕੁਝ ਨਾ ਹੋਵੇ। ਮਹਾਰਾਜ ਸਾਡੇ ਸਤਿਗੁਰੂ ਹੋ ਆਪ ਜੀ। ਵਿਧੀ ਚੰਦ ਤਬ ਸਭ ਕਹੀ ਜਿਮ ਤੁਰਕ ਖਪਾਏ। ਬਾਬਾ ਵਿਧੀ ਚੰਦ ਜੀ ਕੋਲ ਖੜੇ ਸਨ। ਉਹਨਾਂ ਨੇ ਸੰਗਤ ਨੂੰ ਦੱਸਿਆ, ਸਾਧ ਸੰਗਤ ਜੀ
ਗੁਰੂ ਸਾਹਿਬ ਨੇ ਸਾਰੀ ਫੌਜ ਤੁਰਕਾਂ ਦੀ ਮਾਰ ਦਿੱਤੀ। 35,000 ਆਏ ਸੀ ਚੜ ਕੇ, 150 ਹੀ ਬਚੇ ਹਨ। ਸ਼ਲਬਾ ਸਮ ਅਨਗਿਣਤ ਹੀਰ ਪਚੜ ਕਰ ਧਾਏ। ਜਿਵੇਂ ਟਿੱਡੀ ਦਲ ਨਹੀਂ ਆਉਂਦਾ, ਟਿੱਡੀ ਦਲ, ਇਵੇਂ ਟਿੱਡੀਆਂ ਦੀ ਤਰ੍ਹਾਂ ਆਈ ਸੀ ਫੌਜ ਚੜ ਕੇ। ਸ੍ਰੀ ਨਾਨਕ ਕੀ ਕਿਰਪਾ ਤੇ ਜਾਣੇ ਕੁਛ ਨਾਹੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਅਸੀਂ ਉਹਨਾਂ ਨੂੰ ਕੁਝ ਵੀ ਨਹੀਂ ਸਮਝਿਆ। ਸਾਰੇ ਮਾਰ ਘੱਤੇ ਜੰਗ ਦੇ ਮੈਦਾਨ ਵਿੱਚ। ਸਗਮ ਹਤੇ ਰਿਪ ਪ੍ਰਬਲ ਜੇ ਰਾਖੇ ਰਣ ਮਾਹੀ। ਜਿਹੜੇ ਵੈਰੀ ਬਹੁਤ ਚੜ ਕੇ ਆਏ ਸੀ ਰਣ ਤੱਤੇ 'ਚ ਮਾਰ ਲਏ ਹਨ। ਫਤਿਹ ਗੁਰੂ ਕੀ ਵੱਡ ਭਈ ਜਗ ਮਹਿ ਬਿਤਤਾਈ। ਭਾਈ ਬੇਦੀ ਚੰਦ ਜੀ ਕਹਿੰਦੇ ਵੀ ਸਤਿਗੁਰਾਂ ਦੀ ਫਤਿਹ ਹੋਈ ਆ, ਸਾਰੀ ਦੁਨੀਆ 'ਚ ਪ੍ਰਗਟ ਹੋ ਗਈ। ਬਾਦਸ਼ਾਹ ਨੂੰ ਵੀ ਪਤਾ ਲੱਗ ਗਿਆ ਤੇ ਲੋਕਾਂ ਨੂੰ ਵੀ ਪਤਾ ਲੱਗ ਗਿਆ ਵੀ ਗੁਰੂ ਕਿਆਂ ਨਾਲ ਮੱਥਾ ਲਾ ਕੇ ਜਿੱਤ ਨਹੀਂ ਸਕਾਂਗੇ। ਕੋ ਨਾ ਅਰਹੇ ਅਰ ਗਨ ਮਰਹੇ ਥਿਰਹੇ ਨਾ ਸੁਮਹਾਈ। ਕੋਈ ਮਹਾਰਾਜ ਦੇ ਸਾਹਮਣੇ ਠਹਿਰ ਨਹੀਂ ਸਕਦਾ, ਕੋਈ ਅੜਿਆ ਹੀ ਨਹੀਂ। ਜੋ ਅੜੇ ਸੋ ਝੜੇ, ਸ਼ਰਨ ਪਰੇ ਸੋ ਤਰੇ। ਹਾਂਜੀ। ਭਾ ਅਚਰਜ ਸੁਨ ਸਬਨ ਕੇ ਕੰਪਿਓ ਤਬ ਛਾਹੂ। ਸਾਰਿਆਂ ਨੂੰ ਹੈਰਾਨੀ ਹੋਈ ਵੀ ਗੁਰੂ ਮਹਾਰਾਜ ਦੀ ਫੌਜ ਨੇ ਬਾਦਸ਼ਾਹ ਦੀਆਂ ਫੌਜਾਂ ਮਾਰ ਘੱਤੀਆਂ ਸਾਰੀਆਂ। ਬਾਦਸ਼ਾਹ ਵੀ ਕੰਬ ਗਿਆ, ਬਾਦਸ਼ਾਹ ਵੀ ਸੋਚਾਂ 'ਚ ਪੈ ਗਿਆ ਵੀ ਹੁਣ ਗੁਰੂ ਕਿਆਂ ਨਾਲ ਮੱਥਾ ਨਹੀਂ ਲਾਣਾ। ਜਦੋਂ ਗੁਰੂ ਕਿਆਂ ਨਾਲ ਮੱਥਾ ਲਾਣੇ ਹਾਰ ਜਾਂਦੇ। ਬਾਦਸ਼ਾਹ ਦੀ ਬੜੀ ਬੇਇੱਜ਼ਤੀ ਹੋਈ ਹੈ। ਮੋਰੇ ਤਖਤ ਨਸ਼ੀਨ ਲੈ ਤ੍ਰਿਆਸਿਓ ਮਨ ਮਾਹੂ। ਬਾਦਸ਼ਾਹ ਡਰੀ ਬੈਠਾ ਹੈ। ਹੁਣ ਬਾਦਸ਼ਾਹ ਨੂੰ ਘਬਰਾਹਟ ਹੋ ਰਹੀ ਕਿ ਗੁਰੂ ਹਰਗੋਬਿੰਦ ਸਾਹਿਬ ਕਿਤੇ ਮੇਰਾ ਤਖਤ ਨਾ ਖੋਹ ਲੈਣ, ਹਿੰਦੁਸਤਾਨ ਦਾ ਰਾਜ ਹੀ ਨਾ ਮੇਰੇ ਤੋਂ ਖੋਹ ਲੈਣ। ਪਰ ਗੁਰੂ ਸਾਹਿਬ ਨੂੰ ਕੀ ਪਰਵਾਹ ਹੈ ਝੂਠੇ ਰਾਜ ਦੀ, ਉਹ ਤਾਂ ਸੱਚੇ ਬਾਦਸ਼ਾਹ ਹਨ, ਉਹਦਾ ਦੀਨ ਦੁਨੀਆ ਦੇ ਮਾਲਕ ਹਨ। ਪਰ ਬਾਦਸ਼ਾਹ ਨੂੰ ਘਬਰਾਹਟ ਹੈ ਵੀ ਮੇਰਾ ਰਾਜ ਖੋਹ ਲੈਣਗੇ। ਕਾਬਲ ਬਲਖ ਬੁਖਾਰ ਲੋ ਬੜ ਧਾਕ ਉਠਾਈ। ਗੁਰੂ ਹਰਗੋਬਿੰਦ ਸਾਹਿਬ ਦੀ ਧਾਕ ਪੈ ਗਈ ਪੂਰੀ। ਕਾਬਲ ਤੱਕ, ਬਲਖ ਬੁਖਾਰੇ ਤੱਕ, ਜਿੰਨੇ ਤੁਰਕਾਂ ਦੇ ਮੁਲਕ ਈਰਾਨ ਇਰਾਕ ਤੱਕ ਇਹ ਗੱਲ ਪਹੁੰਚ ਗਈ ਹੈ। ਪਤਸ਼ਾਹਿਤ ਗਰਦਸ਼ ਕਰੀ ਗੁਰ ਧੂਮ ਮਚਾਈ। ਗੁਰੂ ਹਰਗੋਬਿੰਦ ਸਾਹਿਬ ਨੇ ਬੜੀ ਧੂਮ ਮਚਾਈ ਹੈ। ਬਾਦਸ਼ਾਹੀ ਗਰਦ 'ਚ ਮਿਲਾ ਕੇ ਰੱਖ ਦਿੱਤੀ। ਸ਼ਾਹਜਹਾਨ ਬਾਦਸ਼ਾਹ ਕਦੀ ਕਿਸੇ ਤੋਂ ਹਾਰਿਆ ਨਹੀਂ, ਗੁਰੂ ਹਰਗੋਬਿੰਦ ਸਾਹਿਬ ਤੋਂ ਹਾਰ ਗਿਆ ਹੈ। ਜਿਹ ਕਹਿ ਕੇ ਸੂਬੇ ਡਰੇ ਗੁਰ ਨਹਿ ਇਤ ਆਵੈ। 22 ਸੂਬੇ ਹਿੰਦੁਸਤਾਨ ਦੇ ਡਰ ਗਏ ਨੇ, ਕੋਈ ਗੁਰੂ ਵੱਲ ਮੂੰਹ ਨਹੀਂ ਕਰਦਾ। 22 ਸੂਬਿਆਂ ਦੇ ਸੂਬੇਦਾਰਾਂ ਨੂੰ ਬਾਦਸ਼ਾਹ ਕਹੇ ਵੀ ਜਾਓ ਗੁਰੂ ਨਾਲ ਜੰਗ ਕਰੋ, ਕਹਿੰਦੇ ਨਾ, ਅਸੀਂ ਨਹੀਂ ਇਹ ਛੇੜਖਾਨੀ ਛੇੜਨੀ, ਮਰਨਾ ਉੱਥੇ ਜਾ ਕੇ। ਜਿਹੜਾ ਜਾਂਦਾ ਉਹ ਮਰਿਆ ਹੀ ਹੈ, ਵਾਪਸ ਤੇ ਆਇਆ ਨਹੀਂ ਕੋਈ। ਪਹਿਲਾਂ ਗੁਰੂ ਮਹਾਰਾਜ ਨਾਲ ਯੁੱਧ ਕਰਨ ਵਾਸਤੇ 7,000 ਫੌਜ ਮੁਖਲਸ ਖਾਂ ਲੈ ਕੇ ਆਇਆ ਅੰਮ੍ਰਿਤਸਰ, ਮਾਰਿਆ ਗਿਆ ਸਾਣੇ ਫੌਜ ਦੇ। ਫਿਰ ਅਬਦੁਲ ਖਾਨ ਜਲੰਧਰ ਦਾ ਸੂਬਾ ਹਰਗੋਬਿੰਦਪੁਰ, ਉੱਥੇ ਜੰਗ ਹੋਇਆ। 14,000 ਫੌਜ ਲੈ ਗਿਆ, ਸਾਰੀ ਮਰਵਾ ਬੈਠਾ, ਆਪ ਵੀ ਮਰ ਗਿਆ ਪੁੱਤਰਾਂ ਸਮੇਤ। ਹੁਣ ਲੱਲਾ ਬੇਗ ਆਪਣੀ ਫੈਮਿਲੀ ਵੀ ਮਰਵਾ ਬੈਠਾ ਤੇ ਆਪਣੀ ਫੌਜ ਵੀ ਮਰਵਾ ਬੈਠਾ। ਕਹਿੰਦੇ ਹੁਣ ਕਿਹੜਾ ਜਾਏ? ਸਾਰਿਆਂ ਨੇ ਕੰਨਾਂ ਨੂੰ ਹੱਥ ਲਾ ਲਿਆ, ਕਹਿੰਦੇ ਤੋਬਾ ਤੋਬਾ ਤੋਬਾ। ਕਹਿੰਦੇ ਜਿਹੜਾ ਜਾਂਦਾ ਗੁਰੂ ਫੌਜਾਂ ਸਮੇਤ ਉਹਨੂੰ ਮਾਰ ਦਿੰਦਾ, ਅਸੀਂ ਨਹੀਂ ਜਾਣਾ ਹੁਣ। ਦਬਕੇ ਚਾਰੋ ਚੱਕ ਮਹਿ ਨਹਿ ਕੋ ਗਰਬਾਵੈ। ਚਾਵਾਂ ਚੱਕਾਂ ਵਿੱਚ, ਪੂਰਬ ਪੱਛਮ ਵਿੱਚ ਦਬਕ ਗਏ ਨੇ ਸਾਰੇ। ਕੋਈ ਹੁਣ ਉੱਚਾ ਸਾਹ ਨਹੀਂ ਕੱਢਦਾ। ਜਿਹੜੇ ਲੋਕਾਂ ਨੂੰ ਲੁੱਟਦੇ ਸੀ, ਜਿਹੜੇ ਜ਼ੁਲਮ ਕਰਦੇ ਸੀ, ਬਾਦਸ਼ਾਹ ਅਤੇ ਉਹਦੇ ਸੂਬੇਦਾਰ, ਰਾਜੇ ਸ਼ੀਂਹ ਮੁਕੱਦਮ ਕੁੱਤੇ, ਰਾਜੇ ਸ਼ੀਂਹ ਸਨ ਤੇ ਮੁਕੱਦਮ ਕੁੱਤੇ ਸਨ। ਲੋਕਾਂ ਨੂੰ ਲੁੱਟਦੇ ਸਨ, ਖਾਂਦੇ ਸਨ, ਬਰਬਾਦ ਕਰਦੇ ਸਨ, ਮੁਲਕ ਤੇ ਜ਼ੁਲਮ ਕਰਦੇ ਸਨ। ਕਿਸੇ ਦੀ ਧੀ ਭੈਣ ਦੀ ਇੱਜ਼ਤ ਨਹੀਂ ਸੀ ਰਹਿਣ ਦਿੰਦੇ। ਆ ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਦੇ ਸਾਹਮਣੇ ਸਾਰੇ ਮਾਤ ਪੈ ਗਏ। ਸਾਰਿਆਂ ਦੀ ਧੌਣ ਤੇ ਗੋਡਾ ਰੱਖ ਲਿਆ ਸਿੱਖਾਂ ਨੇ, ਗੁਰੂ ਨੇ। ਚਲੋ ਆਓ ਹੁਣ ਮੈਦਾਨ ਸਾਹਮਣੇ ਕਿਹੜਾ ਹੁੰਦਾ। ਅੱਗੇ ਲੋਕਾਂ ਨੂੰ ਡਰਾਉਂਦੇ ਸੀ, ਹੁਣ ਆਪ ਡਰਦੇ ਫਿਰਦੇ ਹਨ। ਨਿਜ ਨਿਜ ਸਵਧਾਨੀ ਕਰੇ ਕੋ ਚਹਤ ਪਲਾਈ। ਤੇ ਆਪਣੀ ਆਪਣਾ ਕਹਿੰਦੇ ਬਚਾਅ ਕਰ ਲੋ ਗੁਰੂ ਤੋਂ, ਕਿਤੇ ਗੁਰੂ ਸਾਡੇ ਹਾਲ ਨਾ ਆ ਜਾਵੇ। ਆਪਣੀ ਥਾਂ ਤੇ ਸਵਧਾਨੀ ਕਰਦੇ ਤੇ ਕਈ ਕਹਿੰਦੇ ਛੱਡ ਕੇ ਭੱਜ ਜਾਈਏ, ਆਪਾਂ ਮਾਰੇ ਜਾਵਾਂਗੇ। ਇਤਿਆਦਿਕ ਸਭ ਵਾਰਤਾ ਸੁਨ ਮੋਦ ਉਪਾਈ। ਏਦਾਂ ਗੁਰੂ ਕੇ ਸਿੱਖਾਂ ਨੂੰ ਹੌਸਲੇ ਹੋ ਗਏ।
ਸਿੱਖਾਂ ਦੇ ਹੌਸਲੇ ਵੱਧ ਗਏ, ਤੁਰਕਾਂ ਦੇ ਹੌਸਲੇ ਪਸਤ ਹੋ ਗਏ। ਪੁਰ ਜਨ ਸੁਨ ਕਰ ਬਚਪਨਿਓ ਇਮ ਸਮਨਹਿ ਦੂਜਾ। ਬਾਬਾ ਬਿਧੀ ਚੰਦ ਜੀ ਨੇ ਜਦੋਂ ਇਹ ਗੱਲ ਦੱਸੀ, ਕਰਤਾਰਪੁਰ ਵਾਸੀ ਸੰਗਤਾਂ ਕਹਿਣ ਲੱਗੀਆਂ, ਮਹਾਰਾਜ ਛੇਵੇਂ ਪਾਤਸ਼ਾਹ ਦੇ ਵਰਗਾ ਕੋਈ ਹੈ ਹੀ ਨਹੀਂ ਦੁਨੀਆ ਤੇ। ਜਿਨ ਕੀ ਦੇਵ ਅਦੇਵ ਮਿਲ ਠਾਨਤ ਪਗ ਪੂਜਾ। ਇਹਨਾਂ ਦੇ ਚਰਨਾਂ ਦੀ ਪੂਜਾ ਦੇਵਤੇ ਵੀ ਕਰਦੇ ਨੇ, ਦੈਂਤ ਵੀ ਕਰਦੇ ਨੇ। ਇਹ ਸਾਰਿਆਂ ਦੇ ਗੁਰੂ ਨੇ, ਸਾਰੀ ਸ੍ਰਿਸ਼ਟੀ ਦੇ ਗੁਰੂ ਨੇ, ਸਾਰੀ ਕਾਇਨਾਤ ਦੇ ਗੁਰੂ ਨੇ ਛੇਵੇਂ ਪਾਤਸ਼ਾਹ। ਬੰਦਨੀਏ ਇਹ ਸਭਨ ਕੇ ਗੁਰ ਨਾਨਕ ਗਾਦੀ। ਇਹ ਸਾਰਿਆਂ ਦੇ ਬੰਦਨੀਏ ਪੂਜਨੀਕ ਨੇ। ਗੁਰੂ ਨਾਨਕ ਦੀ ਗੱਦੀ ਇਹ ਬਹੁਤ ਵੱਡੀ ਹੈ। ਸਕਲ ਜਗਤ ਜਿਨ ਕੋ ਨਮਹਿ ਹਾਰੇ ਸਭ ਬਾਦੀ। ਕਹਿੰਦੇ ਸਾਰਾ ਸੰਸਾਰ ਇਹਨਾਂ ਨੂੰ ਨਿਉਂਦਾ ਹੈ, ਇਹਨਾਂ ਨੂੰ ਝੁਕਦਾ ਹੈ। ਜਿਹੜੇ ਇਹਨਾਂ ਨਾਲ ਮੱਥਾ ਲਾਣਗੇ ਹਾਰ ਜਾਣਗੇ, ਹਾਰੇ ਵੀ ਨੇ ਤੇ ਹਾਰਦੇ ਰਹਿਣਗੇ। ਇਸ ਤਰ੍ਹਾਂ ਕਰਤਾਰਪੁਰ ਦੀਆਂ ਸੰਗਤਾਂ ਗੁਰੂ ਮਹਾਰਾਜ ਸਾਹਿਬ ਜੀ ਦਾ ਸਵਾਗਤ ਕਰਦੀਆਂ ਤੇ ਗੁਰੂ ਸਾਹਿਬ ਜੀ ਆਪਣੇ ਪਰਿਵਾਰ ਨੂੰ ਮਿਲ ਕੇ ਕੁਝ ਸਮਾਂ ਸ੍ਰੀ ਕਰਤਾਰਪੁਰ 'ਚ ਰਹਿੰਦੇ ਹਨ। ਇੱਥੇ ਜੋ ਕੌਤਕ ਹੋਏ ਉਹ ਕਥਾ ਆਪਾਂ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆ।